दर्शन परसै गुरु कै, जन्म मरण दुख जाए। होवै सिफत खसामदी, नूर अरसों पुरसों झटिया। तुध डिठे सचे पातशाह, मल जन्म जन्म दी कटिया। सज्जन सच्चा पातशाह, सिर साहां साहो। जिस पास बैठिया सोहिया, सबना दा वेसाहो। बाणी गुरु गुरु है बाणी, विच बाणी अमृत सारे। गुर बाणी कह सेवक जन मानै, प्रतख गुरु ने सतारे। गुर बाणी कह सेवक जन मानै, प्रतख गुरु ने सतारे। सतनाम वाहिगुरु साहिब जीओ। तिरंग घर दूजा महला पंजवा। तुद बिन दूजा नाही कोई, तू करतार करह सो होए। तेरा जोर तेरी मन टेका, सदा सदा जप नानक एका। तुद बिन दूजा नाही कोई, तू करतार करह सो होए। तेरा जोर तेरी मन टेका, सदा सदा जप नानक एका। वाहिगुरू जी का खालसा, वाहिगुरू जी की फतेह। सतगुरु की साजी नवाजी होई, गुरु की साध संगत जीओ। सतगुरां दी अपार किरपा बख्शिश का सदका, अमृत वेले दे साजे हुए गुरु के सुंदर दीवान। सतगुरु जी ने दर्शन दीदारे दे के निहाल किया। पावन श्री मुखवार सरवण कीते हैं। श्री सुखमनी साहब जी दे पाठ, जो सारे सुखां नूं देण वाली अमृत रूप बाणी है, जिस दे सारे अखर गिणीए तो 24,000 बनता है। 24,000 असीं सुआस लैंदे 24 घंटियां विच। साडे एक एक लए हुए सुआस नूं सफलियां करन वाली श्री सुखमनी साहब जी की अमृत रूप बाणी है। सुखमनी सुख अमृत प्रभ नाम, भगत जना कै मन विश्राम है। सुखां दी मनी प्रशक्ति है। और जिवें घरां विच प्रशक्तियां हुंदियां सी पुराने समय विच, उन्हां प्रशक्तियां ते भांडे सजाए जाते सन। ये सुखमनी सुखां दी मनी एक प्रशक्ति है, शुभ गुणा रूपी भांडियां नूं टिकाउण वाली। ये ऐसी सतगुरु अर्जन साहब जी ने अमृत रूप बाणी पढ़वाई है। सो मनी हुंदी एक तोसा है, घिओ खंड ते मैदा जिस विच मिलाया होवे
ਸੀ ਮੰਨੇ। ਜਦੋਂ ਇੱਕ ਟਾਪੂ ਤੋਂ ਦੂਸਰੇ ਟਾਪੂ ਤੇ ਜਾਣ ਵਾਸਤੇ ਮਨੁੱਖ ਸਫ਼ਰ ਕਰਦਾ ਸੀ, ਉਸ ਵੇਲੇ ਉਹਦੇ ਕੋਲ ਉਹ ਮੰਨੀ ਹੁੰਦੀ ਸੀ। ਜਹਾਜ਼ ਵਿੱਚ ਹੋਰ ਤਾਂ ਕੋਈ ਖਾਣ ਵਾਸਤੇ ਮਿਲਦਾ ਨਹੀਂ। ਪਹਿਲਾਂ ਸਮੁੰਦਰੀ ਜਹਾਜ਼ ਹੀ ਹੁੰਦੇ ਸੀ, ਉਹਨਾਂ ਤੇ ਲੋਕ ਸਫ਼ਰ ਕਰਦੇ ਸਨ। ਇੱਕ ਟਾਪੂ ਤੋਂ ਦੂਜੇ ਟਾਪੂ ਤੇ ਜਾਣ ਵਾਸਤੇ ਰਸਤੇ ਦੀ ਖੁਰਾਕ ਉਹ ਮੰਨੀ ਜਿਹੜੀ ਹੁੰਦੀ ਸੀ ਨਾ, ਉਹ ਤਿਆਰ ਕੀਤੀ ਹੋਈ ਹੁੰਦੀ ਸੀ। ਜਦੋਂ ਭੁੱਖ ਲੱਗਣੀ ਉਹ ਪੱਲਿਓਂ ਕੱਢ ਕੇ ਖਾ ਲੈਣੇ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਹੁਕਮ ਫਰਮਾਇਆ ਵੀ ਗੁਰਸਿੱਖੋ, ਜਿਹੜਾ ਪ੍ਰਲੋਕ ਦਾ ਰਸਤਾ ਹੈ ਨਾ, ਬਹੁਤ ਵੱਡਾ ਲੰਮਾ ਤੇ ਭਿਆਨਕ ਰਸਤਾ ਹੈ। ਜਿਸ ਰਸਤੇ ਤੇ ਹੋਰ ਕੋਈ ਵਸਤੂ ਤੇਰੇ ਕੰਮ ਨਹੀਂ ਆ ਸਕਦੇ। ਧਨ ਪਦਾਰਥ ਸਾਗ ਸੰਬੰਧੀ ਜੋ ਕੁਝ ਤੈਨੂੰ ਦੁਨੀਆ 'ਚ ਮਿਲਿਆ ਹੋਇਆ ਹੈ, ਇਹ ਸਭ ਇੱਥੋਂ ਦੇ ਲੋਕ ਦੇ ਰਹਿਣ ਵਾਲੇ ਹਨ। ਪਰਲੋਕ ਵਿੱਚ ਤੇਰੀ ਕਿਸੇ ਦੀ ਕੋਈ ਸਹਾਇਤਾ ਜਾਂ ਰੱਖਿਆ ਨਹੀਂ ਕਰਨੇ। ਉੱਥੇ ਕੇਵਲ ਤੇਰੇ ਕੋਲੇ ਸੁਖਾਂ ਦੀ ਮੰਨੀ ਹੋਵੇਗੀ ਪ੍ਰਸ਼ਾਦੇ ਖਾਣ ਵਾਸਤੇ। ਜਿਹੇ ਪੈਂਦਾ ਮਹਾਯਾਨਦ ਗੁਬਾਰੈ, ਹਰ ਕਾ ਨਾਮ ਤਹਿ ਸੰਗ ਉਜਿਆਰੈ। ਜਹਾਂ ਪੰਥ ਤੇਰਾ ਕੋ ਨਾ ਸਿੰਘਾਨੋ, ਹਰ ਕਾ ਨਾਮ ਤਹਿ ਨਾਲ ਪਛਾਨੋ। ਜਿੱਥੇ ਆਉ ਤੱਕ ਗਲੀਆਂ ਭੀੜੀਆਂ, ਜਿਸ ਅਸਥਾਨ ਬਾਰੇ ਭਗਤ ਜੀ ਕਹਿੰਦੇ ਨੇ, ਪੁਰਸ ਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਨ ਅਕੇਲਾ। ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ। ਹਰ ਪ੍ਰਮਾਣ ਦਰਗਹਿ ਕਾ ਆਇਆ। ਉਹ ਸਮੇਂ ਪ੍ਰਲੋਕ ਦੇ ਰਸਤੇ ਤੇਰੀ ਕਿਸੇ ਨੇ ਵੀ ਸਹਾਇਤਾ ਨਹੀਂ ਕਰਨੀ। ਜਿੱਥੇ ਦੁਨੀਆ ਦੀ ਕਿਸੇ ਨੇ ਤੇਰੀ ਪਛਾਣ ਨਹੀਂ ਹੋ ਸਕਣੀ। ਹਰ ਕਾ ਨਾਮ ਤਹਿ ਨਾਲ ਪਛਾਨੋ। ਹਰੀ ਪਰਮੇਸ਼ਰ ਦਾ ਜਪਿਆ ਹੋਇਆ ਇਹ ਸੁਖਾਂ ਦੀ ਮਨੀ, ਇਹ ਪ੍ਰਲੋਕ ਵਿੱਚ ਵੀ ਤੇਰੇ ਕੰਮ ਆਵੇਗੀ। ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਨੇ ਆਗਿਆ ਕੀਤੀ, ਇਹ ਸੁਖਾਂ ਦੀ ਮਨੀ ਹੈ, ਇਹ ਭੋਜਨ ਹੈ ਐਸਾ ਜਿਹੜਾ ਪ੍ਰਲੋਕ ਦੀ ਤੇਰੀ ਇਹ ਰੂਹ ਦੀ ਖੁਰਾਕ ਹੈ। ਸੋ ਸਤਿਗੁਰੂ ਜੀ ਨੇ ਸੁਖਮਨੀ ਸਾਹਿਬ ਦਾ ਨਿਤਨੇਮ ਭਾਗਾਂ ਵਾਲੇ ਗੁਰਸਿੱਖਾਂ ਨੂੰ ਬਖਸ਼ਿਆ। ਅੰਮ੍ਰਿਤ ਵੇਲੇ ਨਾਲ ਜੁੜ ਕੇ ਜ਼ਰੂਰ ਭਾਗਾਂ ਵਾਲੇ ਗੁਰਸਿੱਖ ਸੁਣਦੇ ਤੇ ਕਰਦੇ ਹਨ। ਸਤਿਗੁਰੂ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਰਨ ਗਗਨ ਨਵ ਖੰਡ ਮਹਿ ਜੋਤ ਸਵੈ ਰੂਪੀ ਰਹਿਓ ਭਾਰੈ। ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਾਰੈ। ਪ੍ਰਤੱਖ ਵਾਹਿਗੁਰੂ ਨਿਰੰਕਾਰ ਦਾ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਤਲੰਗ ਰਾਗ ਦੇ ਅੰਦਰ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕਰ ਰਹੇ ਨੇ। ਕੱਲ ਵੀ ਇਹੀ ਸ੍ਰੀ ਮੁਖਵਾਕ ਆਪਾਂ ਨੇ ਸਰਵਣ ਕੀਤੇ ਸਨ। ਅੱਜ ਵੀ ਸਤਿਗੁਰੂ ਇਹੀ ਸ੍ਰੀ ਮੁਖਵਾਕ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੇ ਮੁਤਾਬਕ 14ਵਾਂ ਰਾਗ ਹੈ। ਸੋ ਸਾਰੇ 31 ਨੇ ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਾਈ ਬੌਰੀ, ਗੋਲੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ। ਵਡ ਹੰਸ ਸੋਰਠ ਧਨਾਸਰੀ ਤੇ ਜੈਸਰੀ, ਟੋਡੀ ਤੇ ਬੈਰਾਲੀਓ ਤਲੰਗ ਸੂਹੀ ਛਾਇਓ ਹੈ। ਇਹ ਖਾਲਸਾ ਜੀ 14ਵੇਂ ਨੰਬਰ ਤੇ ਇਹ ਰਾਗ ਹੈ। ਜਿਹੜਾ ਇਸੇ ਤਰ੍ਹਾਂ ਹਿੰਡੋਲ ਰਾਗ ਹੈ ਨਾ, ਉਹਦੀ ਇਹ ਘਰ ਵਾਲੀ ਰਾਗਣੀ ਮੰਨੀ ਹੋਈ ਹੈ। ਸਤਿਗੁਰੂ ਨੇ ਰਾਗ ਮਾਲਾ ਵਿੱਚ ਬਚਨ ਫਰਮਾਏ ਸੀ, ਪੁਨ ਆਇਓ ਹਿੰਡੋਲ ਪੰਚ ਨਾਲ ਸੰਗ ਅਸ਼ਟ ਸੋਤ। ਉੱਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ, ਤੇਲੰਗੀ ਦੇਵ ਕਰੀ ਆਈ।
बसंती संदूर सुहाई, सरस अहीरी लै पहाड़ जा संग लाई, पांचों वार जय। सतगुरु ने ये पहली रागनी पंज रागनियां विचों हिडोल राग की रागनी कथन की है। इत्थे हरिउर पावन श्री मुखवाग बख्शिश कर रहे हैं। मन बिरतियां ने एकाग्रता सहित करदियां गज के तो सतनाम श्री वाहिगुरू। सतनाम। तिलंग घर दूजा महला पंजवा, तुझ बिन दूजा नाही कोई। तलंग राग के अंदर घर दूजा महला पंजवा। पूरे का किया सब किश पूरा, घट वध किश नाहे। पूरे सतगुरु ने जो कीता पूरा ही कीता है। इत्थे मौज दे मालक सतगुरु ने घर दूजा पहलों शब्द वरतिया है, महला पंजवा बाद विच शब्द वरतिया है। बहुती वारी गुरु ग्रंथ साहिब महाराज के अंदर पहलों महला शब्द आउंदा है, फिर घर पहला दूजा तीजा चौथा पंजवा आउंदा है। 17 घरां विच सतगुरु ने अमृत रूप बाणी फरमाई हुई है। 18वां या 19वां घर गुरु ग्रंथ साहिब पढ़न नूं नहीं मिलेगा। सब धर्मां दा सत्कार है, पर जिस धर्म विच भी किते कमजोरी आई है, उस कमजोरी नूं दूर करने वास्ते सतगुरु ने जरूर सिक्ख्या दित्ती है। किसी धर्म नूं छटियाया नहीं कि फलाना धर्म माड़ा है, नहीं सारे आपो अपनी थां ते बड़े सत्कारी लोग ने। ਜਿਹੜੀ वेद बाणी है, वेद बाणी ਉਹਦੇ ਵਿੱਚ 64 ਧਾਮ ਆਏ ਨੇ। 64 ਧਾਮ ਹੈ। ਧਾਮ ਨਾਮ ਵੀ ਕਰਦਾ ਹੈ ਤੇ ਘਰ ਨਾਮ ਵੀ ਕਰਦਾ ਹੈ। 64 ਧਾਮਾਂ ਵਿੱਚੋਂ 17 ਧਾਮ ਸ਼੍ਰੋਮਣੀ ਬਣੇ ਹੋਏ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਹੜੇ 17 ਧਾਮ ਸ਼੍ਰੋਮਣੀ ਨੇ ਸਤਿਕਾਰ ਦਿੱਤਾ ਹੈ, ਉਹਨਾਂ ਨੂੰ ਧਾਮ ਦੀ ਬਜਾਏ ਘਰ ਸ਼ਬਦ ਵਰਤਿਆ ਵੀ ਇਹਨਾਂ ਸੁਰਾਂ ਵਿੱਚ ਪਾ ਕੇ ਕੀਰਤਨ ਕਰਨਾ, ਜਸ ਕਰਨਾ ਹੈ। ਸੋ ਇੱਥੇ ਘਰ ਦੂਜਾ ਦੂਜੇ ਘਰ ਸੁਲਤਾਨ ਦੇ ਜਗਾਉਣ ਦੀ ਆਗਿਆ ਹੈ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਸਿੱਖਿਆ ਦੇ ਰਹੇ ਹਨ। ਵਾਹਿਗੁਰੂ ਪਰਮੇਸ਼ਰ ਨਿਰੰਕਾਰ ਤੇ ਕਿੰਨਾ ਵਿਸ਼ਵਾਸ ਭਰੋਸਾ ਗੁਰਸਿੱਖ ਦਾ ਚਾਹੀਦਾ ਹੈ। हे मेरे मालिक वाहिगुरू, तुद बिन दूजा नाही कोई। तेरे तो बगैर अमर स्थान ते होर कोई दूसरा सानू कोई नहीं दिसदा। तैंडी बंदस मैं कोई ना डिठा, तू नानक मन भाना। कोहर कुम्हाई तिस मित्र विचोले, जय मिल कंत पछाना। सच्चे पातशाह तुहाडे तो बगैर होर कोई नहीं। इको एक ही सच्चे पातशाह तुहाडा ओट आसरा है। सो तुद बिन दूजा नाही कोई। तुहाडे वर्गा तुहाडी बराबरी करने वाला होर कोई नहीं है। जे कोई होवे तो जरूर दस दे भी फलाना भी रब वर्गा है। नहीं सच्चे पातशाह तुहाडे जैसा तू तैसा तुही, क्या उपमा दीजै। मैं चारे कुंडा भालियां तुद जे वडना साइयां। हे मालिक तेरे वर्गा होर कोई है ही कोई नहीं। जेहो जिहा तू है ना ओहो जिहा तू ही हो सकता, होर कोई नहीं। इस करके तुद बिन दूजा नाही कोई। तेरे तो बगैर होर कोई दूसरा नहीं है। तू करतार करे सो होए। हे मालिक वाहिगुरू परमेश्वर करतार निरंकार, कोई संसार ते हो रहा है जो तू कर रहा है। मनुख भावें जिन्नियां मर्जी चखा मारी जावे, होवेगा वो जिहड़ा मालिक नूं भावेगा।
ਸੋ ਵਾਹਿਗੁਰੂ ਪਰਮੇਸ਼ਰ ਦੇ ਸਾਰਾ ਕੁਝ ਵਸ ਹੈ। ਗੁਰੂ का ਪਿਆਰਾ ਉਹਦੇ ਭਾਣੇ ਵਿੱਚ ਰਹਿੰਦਾ ਹੈ ਤੇ ਉਹਦੀ ਰਜ਼ਾ ਦੀ ਪਾਲਣ ਕਰਦਾ ਹੈ। ਗੁਰਮੁਖੀ ਉਹ ਹੈ ਜਿਹਨੂੰ ਵਾਹਿਗੁਰੂ ਦਾ ਭਾਣਾ ਚੰਗਾ ਲੱਗਦਾ ਹੈ। ਗੁਰਮੁਖ ਤੇਰਾ ਭਾਣਾ ਭਾਵ ਹੈ। ਜਿਹੜਾ ਰੱਬ ਦੀ ਰਜ਼ਾ ਵਾਹਿਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਹੈ ਵੀ ਹੋਣਾ ਹੀ ਇਸੇ ਤਰ੍ਹਾਂ ਹੈ। ਇਹ ਵਾਹਿਗੁਰੂ ਪਰਮੇਸ਼ਰ ਦਾ ਇਹ ਹੁਕਮ ਹੀ ਇਸੇ ਤਰ੍ਹਾਂ ਹੈ। ਜਦੋਂ ਲੁਧਿਆਣਾ ਸ਼ਹਿਰ ਜਿਹੜਾ ਲੋਧੀ ਆਇਆ ਸੀ ਉਹ ਤੋਂ ਲੁਧਿਆਣਾ ਬਣਿਆ ਸੀ, ਪਰ ਇਹ ਨਾਲ ਦਰਿਆ ਵਗਦਾ ਸੀ ਔਰ ਉਸ ਵੇਲੇ ਦਰਿਆ ਦਾ ਚੜਾਅ ਸ਼ਹਿਰ ਵੱਲ ਨੂੰ ਵਧਿਆ ਹੈ। ਭਗਤ ਫਰੀਦ ਸਾਹਿਬ ਜੀ ਕੁਦਰਤੀ ਆਏ ਹੋਏ ਸੀ। ਲੋਕਾਂ ਨੇ ਬੇਨਤੀ ਕੀਤੀ, ਫਰੀਦ ਸਾਹਿਬ ਤੁਸੀਂ ਰੱਬ ਦੇ ਪਿਆਰੇ ਹੋ, ਆ ਸਮੁੰਦਰ ਦਾ ਦਰਿਆ ਦਾ ਵਹਿਣ ਐਨੂੰ ਵੱਧਦਾ ਜਾਂਦਾ ਹੈ ਤੇ ਸ਼ਹਿਰ ਦਾ ਨੁਕਸਾਨ ਕਰੇਗਾ, ਕਿਰਪਾ ਕਰੋ, ਅਰਦਾਸ ਬੇਨਤੀ ਕਰੋ। ਉਸ ਵੇਲੇ ਖਾਲਸਾ ਜੀ ਕਹਿਣਗੇ ਠੀਕ ਹੈ। ਬਚਨ ਫਰਮਾਏ ਸੀ ਗੁਰਬਾਣੀ ਦੇ ਅੰਦਰ ਸਲੋਕਾਂ ਵਿੱਚ, ਕਹਿਣਗੇ ਸਮੋਧਨ ਹੋਏ ਦਰਿਆ ਨੂੰ ਕੰਧੀ ਵਹਿਣ ਨਾ ਢਾਹੇ, ਤੋ ਭੀ ਲੇਖਾ ਦੇਵਨਾ। ਕਿਉਂ ਕੰਧਾਂ ਆ ਜਿਹੜੇ ਆਪਣੇ ਕਿਨਾਰੇ ਨੇ ਢਾਈ ਜਾਂਦੇ, ਬਰਬਾਦੀ ਕਰਦਾ ਦਰਿਆ, ਲੇਖਾ ਹਿਸਾਬ ਕਿਤਾਬ ਤੈਨੂੰ ਦੇਣਾ ਪੈਣਾ ਹੈ। ਉਹ ਸਗੋਂ ਤੋਂ ਪਾਣੀ ਤੇਜ਼ ਵਹਾ ਹੋ ਗਿਆ ਤੇ ਹੋਰ ਢਿੱਗਾਂ ਜੀਆਂ ਡਿੱਗ ਪਈਆਂ। ਵੇਖ ਕੇ ਫਰੀਦ ਸਾਹਿਬ ਕਹਿੰਦੇ ਸੀ ਕਈ ਹੈਗੀ, ਕਈ ਲੈ ਕੇ ਆਓ। ਕਈ ਮੰਗਵਾ ਕੇ ਆਪ ਨਾਲ ਢਿੱਗਾਂ ਜੀਆਂ ਢਾਉਣ ਲੱਗ ਪਏ। ਲੋਕਾਂ ਨੇ ਆਖਿਆ ਇਹ ਕੀ ਹੋ ਰਿਹਾ? ਕਹਿੰਦੇ ਮਹਾਰਾਜ ਜਿੱਧਰ ਰੱਬ ਰਜਾਏ ਵਹਿਣ ਤਦਾਉ ਤੌ ਕਰੇ। ਜਿੱਧਰ ਭਾਈ ਤੈਨੂੰ ਰੱਬ ਦਾ ਹੁਕਮ ਹੈ ਇਹ ਦਰਿਆ ਤੋਂ ਉਧਰ ਨੂੰ ਵਹਿਣ ਆਪਣਾ ਚਲਾ। ਜਿੱਧਰ ਤੈਨੂੰ ਪਰਮੇਸ਼ਰ ਦੀ ਰਜ਼ਾ ਹੈ, ਹੁਕਮ ਹੈ, ਉਹ ਦਰਿਆ ਪਿੱਛੇ ਹਟ ਗਿਆ ਸੀ। ਇਉਂ ਗੁਰੂ ਕੇ ਪਿਆਰੇ ਵਾਹਿਗੁਰੂ ਦੀ ਰਜ਼ਾ ਵਿੱਚ ਹੈ। ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉ ਹਰ ਪਾਵੈ ਤਿਉ ਰੱਖੀਐ। ਉਹ ਸਮਝਦੇ ਨੇ ਜੋ ਕੁਝ ਹੋ ਰਿਹਾ ਨਾ ਇਹ ਵਾਹਿਗੁਰੂ ਦੇ ਹੁਕਮ ਦੀ ਖੇਡ ਹੈ। ਪਰਮੇਸ਼ਰ ਦੀ ਰਜ਼ਾ ਵਿੱਚ ਹੀ ਇਹ ਇਸ ਤਰ੍ਹਾਂ ਹੋ ਰਿਹਾ ਹੈ। ਸੋ ਹਜ਼ੂਰ ਕਹਿੰਦੇ ਨੇ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਹੇ ਕਰਤਾਰ ਵਾਹਿਗੁਰੂ ਪਰਮੇਸ਼ਰ ਜੋ ਤੂੰ ਕਰ ਰਿਹਾ ਹੈ ਨਾ ਉਹ ਹੀ ਹੁੰਦਾ, ਤੇਰੇ ਹੁਕਮ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੈ। ਤੇਰਾ ਜੋਰ ਤੇਰੀ ਮਨ ਟੇਕ। ਸਾਨੂੰ ਤਾਂ ਸੱਚੇ ਪਾਤਸ਼ਾਹ ਸਾਡੇ ਬਲ ਦਾ ਤਨ ਦਾ ਬਲ ਜੋਰ ਵੀ ਤੂੰ ਹੀ ਹੈ। ਤੇਰਾ ਹੀ ਜੋਰ ਹੈ ਸੱਚੇ ਪਾਤਸ਼ਾਹ, ਸਰੀਰਕ ਬਲ ਜਿਹੜਾ ਦਿੱਤਾ ਹੋਇਆ ਹੈ। ਤੇ ਮਨ ਨੇ ਜਿਹੜੀ ਓਟ ਗ੍ਰਹਿਣ ਕੀਤੀ ਹੈ ਤੁਹਾਡੀ ਓਟ ਹੀ ਹੈ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲਾ ਹੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਸੋ ਸੱਚੇ ਪਾਤਸ਼ਾਹ ਸਾਡੇ ਸਰੀਰ ਦਾ ਜੋਰ ਬਲ ਵੀ ਤੂੰ ਹੀ ਹੈ ਤੇ ਤੇਰੀ ਮਨ ਨੇ ਓਟ ਗ੍ਰਹਿਣ ਕੀਤੀ ਹੈ, ਤੇਰੀ ਓਟ ਹੈ। ਜਿਨ੍ਹਾਂ ਨੇ ਮਾਲਕ ਦੀ ਓਟ ਲੈ ਲਈ ਹੈ ਉਹਨਾਂ ਗੁਰਸਿੱਖਾਂ ਗੁਰੂ ਕੇ ਪਿਆਰਿਆਂ ਤੇ ਕਿਰਪਾ ਹੋਈ ਹੈ। ਪਰਮੇਸ਼ਰ ਫਿਰ ਆਪ ਸਹਾਇਤਾ ਕਰਦਾ ਆਪਣੇ ਪਿਆਰਿਆਂ ਦੇ। ਇੱਕ ਇਸੇ ਤਰ੍ਹਾਂ ਬਾਦਸ਼ਾਹ ਸੀ, ਰਿਆਸਤ ਦਾ ਮਾਲਕ ਹੈ। ਉਹਦੇ ਘਰ ਵਿੱਚ ਕੋਈ ਸੰਤਾਨ ਨਹੀਂ ਸੀ, ਰਾਜ ਪ੍ਰਬੰਧ ਨੂੰ ਸੰਭਾਲਣ ਵਾਲਾ ਕੋਈ ਅੱਗੋਂ ਧੀ ਪੁੱਤ ਪੈਦਾ ਨਹੀਂ ਹੋਇਆ ਹੈ। ਬੜੇ ਯਤਨ ਕੀਤੇ, ਬੜੇ ਵੈਦਾਂ ਹਕੀਮਾਂ ਦਾ ਸਹਾਰਾ ਵੀ ਲਿਆ, ਪਰ ਦਾਤ ਨਹੀਂ ਪ੍ਰਾਪਤ ਹੋ ਸਕੇ। ਜੋਤਸ਼ੀਆਂ ਕੋਲ ਬੁਲਾਇਆ ਵੀ ਟੇਵਾ ਲਾ ਕੇ ਦੱਸੋ ਮੇਰੇ ਘਰ ਪੁੱਤਰ ਕਿਉਂ ਨਹੀਂ ਪੈਦਾ ਹੋਇਆ ਹੈ। ਜੋਤਸ਼ੀਆਂ ਨੇ ਜੋਰ ਛਲਾਏ ਪਰ ਟਾਈਮ ਪਾਸ ਕਰਨ ਵਾਸਤੇ, ਟਾਲਣ ਵਾਸਤੇ ਕਹਿ ਦਿੱਤਾ ਬਾਦਸ਼ਾਹ ਤੇਰੇ ਘਰ ਤਾਂ ਸੰਤਾਨ ਹੋ ਸਕਦੀ ਹੈ ਜੇ ਤੂੰ ਕਿਸੇ ਦਾ ਪੁੱਤਰ ਲੈ ਕੇ ਨਾ ਦੇਵੀ ਦੇ ਮੰਦਿਰ ਵਿੱਚ ਜਾ ਕੇ ਉਹਦੀ ਬਲੀ ਦੇਵੇ, ਫਿਰ ਤੇਰੇ ਘਰ ਪੁੱਤਰ ਹੋ ਸਕਦਾ, ਉਹਨਾਂ ਚਿਰ ਨਹੀਂ। ਬਾਦਸ਼ਾਹ ਨੇ ਸਾਰੇ ਸ਼ਹਿਰ ਇਲਾਕੇ ਢਿੰਡੋਰਾ ਕਰਵਾ ਦਿੱਤਾ ਹੈ।
ਕੋਈ ਐਸਾ ਪਰਜਾ ਦਾ ਵਿਅਕਤੀ ਹੋਵੇ ਜਿਹੜਾ ਮੈਨੂੰ ਆਪਣਾ ਪੁੱਤਰ ਦੇ ਦੇਵੇ ਤੇ ਮੈਂ ਉਹਦੀ ਬਲੀ ਦੇਣੀ ਹੈ, ਮੇਰੇ ਘਰ ਸੰਤਾਨ ਹੋ ਜਾਵੇ। ਕੋਈ ਐਸਾ ਹੋਵੇ ਜਿਹੜਾ ਮੈਨੂੰ ਪੁੱਤਰ ਦੇ ਦੇਵੇ, ਜੋ ਮੂੰਹ ਮੰਗੇਗਾ ਦਾਤ ਨਾਮ ਉਹ ਦੇਵਾਂਗਾ। ਸਾਰੇ ਥਾਵਾਂ ਤੇ ਢੰਡੋਰਚੀਆਂ ਨੇ ਢੰਡੋਰਾ ਪਿਟਿਆ। ਇੱਕ ਸੀ ਪਰਿਵਾਰ ਦੇ 4 ਬੱਚੇ ਸਨ। ਉਹ ਵੱਡੇ ਤਾਂ ਘਰ ਵਿਹਾਰ ਕਰਿਆ ਕਰਨ ਤੇ ਛੋਟਾ ਰੱਬ ਦੀ ਬੰਦਗੀ ਕਰਨ ਵਾਲਾ ਹੈ। ਹਰ ਵੇਲੇ ਪਰਮੇਸ਼ਰ ਦਾ ਸਿਮਰਨ ਕਰਦਾ ਰਿਹਾ ਕਰੇ। ਘਰ ਦੇ ਸਮਝਦੇ ਸੀ ਵੀ ਇਹ ਵਿਹਲੜ ਮਨਖਟੂ ਕੋਈ ਕੰਮ ਧੰਦਾ ਨਹੀਂ ਕਰਦਾ ਹੈ। ਜਦੋਂ ਇਹ ਗੱਲ ਸੁਣੀ ਤਾਂ ਕਹਿੰਦੇ ਬਾਦਸ਼ਾਹ ਨੂੰ ਇਹ ਦੇ ਦਿਓ, ਮੂੰਹ ਮੰਗਿਆ ਇਨਾਮ ਮਿਲੇਗਾ। ਕਰਦਾ ਤਾਂ ਹੈ ਕੁਛ ਨਹੀਂ, ਵਿਹਲਾ ਰਹਿੰਦਾ ਹੈ। ਬਾਦਸ਼ਾਹ ਦੀ ਸਾਡੇ ਤੇ ਖੁਸ਼ੀ ਹੋ ਜਾਵੇਗੀ। ਬਾਦਸ਼ਾਹ ਨੂੰ ਬੇਨਤੀ ਕੀਤੀ, ਬਾਦਸ਼ਾਹ ਸਲਾਮਤ, ਮੇਰਾ ਪੁੱਤਰ ਹਾਜ਼ਰ ਹੈ। ਬਾਦਸ਼ਾਹ ਨੇ ਖੁਸ਼ੀ ਵਿੱਚ ਸੋਚਿਆ ਕਿ ਜਿਹਨੇ ਆਪਣਾ ਪੁੱਤਰ ਹੀ ਮੈਥੋਂ ਲੁਕਾਇਆ, ਹੋਰ ਭਲਾ ਕੀ ਲੁਕਾਵੇਗਾ। ਮੂੰਹ ਮੰਗੇ ਧਨ ਪਦਾਰਥ ਦਿੱਤਾ, ਜ਼ਮੀਨ ਪਹਾੜਾ ਦੇ ਦਿੱਤਾ ਹੈ। ਉਸ ਬੱਚੇ ਨੂੰ ਆਪਣੇ ਪਾਸ ਲੈ ਜਾਂਦਾ ਹੈ। ਵੀਰਵਾਰ ਨੂੰ ਉਹਦੀ ਬਲੀ ਦੇਣੀ ਸੀ, ਅਜੇ ਦਿਨ ਰਹਿੰਦੇ ਸਨ ਵਿੱਚ। ਵਜ਼ੀਰਾਂ ਨੂੰ ਹੁਕਮ ਕੀਤਾ ਇਸ ਬੱਚੇ ਦੀ ਸੇਵਾ ਸੰਭਾਲ ਕਰਨੀ। ਜੇ ਬੱਚਾ ਖੇਡਣਾ ਚਾਹਵੇ ਤਾਂ ਜ਼ਰੂਰ ਇਹਨੂੰ ਖਿਡਾਉਣਾ ਹੈ, ਜਿੱਥੇ ਜਾਣਾ ਚਾਹਵੇ ਲੈ ਕੇ ਜਾਣਾ ਹੈ। ਸਿਆਣੇ ਵਜ਼ੀਰਾਂ ਦੀ ਡਿਊਟੀ ਲਾਈ ਹੋਈ ਬੱਚੇ ਦੇ ਕੋਲ ਹੈ। ਉਹ ਸਾਰਾ ਦਿਨ ਬੱਚਾ ਰੱਬ ਰੱਬ ਕਰਦਾ ਰਿਹਾ ਕਰੇ, ਜੋ ਉਹ ਹੱਸਿਆ ਖੇਡਿਆ ਕਰੇ ਨਾ, ਕੌਤਕ ਕਰੇ। ਉਹ ਰਾਤ ਨੂੰ ਬਾਦਸ਼ਾਹ ਪੁੱਛੇ ਤੇ ਵਜ਼ੀਰ ਦੱਸ ਦਿਆ ਕਰਨ ਕਿ ਅੱਜ ਬੱਚੇ ਨੇ ਆਹ ਕੀਤਾ ਹੈ। ਬੁੱਧਵਾਰ ਦਾ ਦਿਨ ਸੀ, ਅਗਲੇ ਦਿਨ ਬਲੀ ਦੇਣੀ ਸੀ। ਉਸ ਬੱਚੇ ਨੇ ਕਿਹਾ ਮੈਂ ਨਦੀ ਦੇ ਘਾਟ ਤੇ ਖੇਡਣ ਜਾਣਾ ਹੈ। ਨਦੀ ਦੇ ਘਾਟ ਤੇ ਖੇਡਣ ਵਾਸਤੇ ਚਲਾ ਗਿਆ ਹੈ। ਉੱਥੇ ਜਾ ਕੇ ਉਹਨੇ ਬੱਚੇ ਨੇ ਖੇਡਦਿਆਂ ਮਿੱਟੀ ਦੀ ਢੇਰੀ ਬਣਾਈ ਤੇ ਉਹ ਢੇਰੀ ਢਾਹ ਦਿੱਤੀ ਤੇ ਬੱਚਾ ਰੋਣ ਲੱਗ ਪਿਆ ਹੈ। ਦੂਜੀ ਵਾਰ ਮਿੱਟੀ ਦੀ ਢੇਰੀ ਬਣਾਈ ਤੇ ਉਹ ਵੀ ਢਾਹ ਕੇ ਰੋਣ ਲੱਗ ਪਿਆ ਹੈ। ਤੀਸਰੀ ਵਾਰ ਢੇਰੀ ਬਣਾਈ ਤੇ ਉਹ ਵੀ ਢਾਹ ਕੇ ਰੋਇਆ ਹੈ। ਜਦੋਂ ਚੌਥੀ ਵਾਰ ਢੇਰੀ ਬਣਾਈ ਤੇ ਉਸ ਨੂੰ ਹੋਰ ਉੱਚੀਆਂ ਕੀਤਾ, ਸਵਾਰਿਆ ਤੇ ਬੱਚਾ ਖਿੜਖਿੜਾ ਕੇ ਹੱਸ ਪਿਆ ਹੈ। ਵਜ਼ੀਰ ਵੇਖਦੇ ਰਹੇ ਪਰ ਗੱਲ ਸਮਝ ਵਿੱਚ ਨਹੀਂ ਆ ਰਹੀ। ਰਾਤ ਨੂੰ ਘਰੇ ਆ ਗਏ। ਬਾਦਸ਼ਾਹ ਨੇ ਪੁੱਛਿਆ ਕੀ ਕੀਤਾ ਬੱਚੇ ਨੇ। ਕਹਿੰਦੇ ਬਾਦਸ਼ਾਹ ਅੱਗੇ ਤਾਂ ਜੋ ਕਰਦਾ ਸੀ ਪਤਾ ਲੱਗ ਜਾਂਦਾ ਸੀ, ਬਚਾਅ ਕਰ ਰਿਹਾ ਹੈ। ਅੱਜ ਜੋ ਕੁਝ ਬੱਚੇ ਨੇ ਕੀਤਾ ਉਹ ਸਾਡੀ ਸਮਝ ਤੋਂ ਬਾਹਰ ਹੈ। 3 ਵਾਰ ਮਿੱਟੀ ਦੀਆਂ ਰੇਤਾਂ ਦੀਆਂ ਢੇਰੀਆਂ ਬਣਾ ਕੇ ਢਾਹ ਕੇ ਰੋਇਆ, ਚੌਥੀ ਨਾਲ ਖਿੜਖਿੜਾ ਕੇ ਹੱਸ ਪਿਆ ਹੈ। ਸਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਇਹਦੇ ਰੋਣ ਦਾ ਤੇ ਹੱਸਣ ਦਾ ਕੀ ਕਾਰਨ ਹੈ। ਬਾਦਸ਼ਾਹ ਕਹਿਣ ਲੱਗਾ ਆਪਾਂ ਸੱਦ ਕੇ ਬੱਚੇ ਨੂੰ ਪੁੱਛ ਲੈਨੇ ਆ। ਬੱਚੇ ਨੂੰ ਕੋਲ ਉਠਾ ਕੇ ਪੁੱਛਿਆ, ਕਾਕਾ ਤੂੰ ਢੇਰੀਆਂ ਬਣਾਈਆਂ 3 ਪਹਿਲੀਆਂ, ਉਹਨਾਂ ਤੇ ਹੱਥ ਰੱਖ ਕੇ ਢਾਹ ਕੇ ਰੋਂਦਾ ਰਿਹਾ, ਚੌਥੀ ਢੇਰੀ ਤੇ ਹੱਥ ਰੱਖ ਕੇ ਹੱਸਿਓ, ਕੀ ਕਾਰਨ ਹੈ। ਬੇਨਤੀ ਕੀਤੀ, ਬਾਦਸ਼ਾਹ ਢੇਰੀ ਨਾਮ ਓਟ ਆਸਰੇ ਦਾ ਹੁੰਦਾ ਹੈ। ਜਿਹੜਾ ਬੰਦਾ ਨਿਰਬਲ ਜਿਹਾ ਹੋ ਜਾਵੇ ਅਸੀਂ ਉਹਨੂੰ ਐਵੇਂ ਢੇਰੀ ਢਾਈ ਫਿਰਦਾ ਹੈ। ਢੇਰੀ ਨਾਮ ਓਟ ਆਸਰੇ ਬਲ ਤਾਕਤ ਦਾ ਹੈ। ਕਹਿੰਦੇ ਬਾਦਸ਼ਾਹ ਮੈਂ ਪਹਿਲੀ ਢੇਰੀ ਬਣਾਈ ਸੀ ਆਪਣੇ ਮਾਤਾ ਪਿਤਾ ਦੇ। ਬੱਚੇ ਦੀ ਸਹਾਇਤਾ ਕਰਨੀ, ਪਾਲਣਾ ਕਰਨੀ ਮਾਤਾ ਪਿਤਾ ਦਾ ਫਰਜ਼ ਹੈ। ਬੱਚੇ ਦੀ ਪਰਵਰਿਸ਼ ਕਰਨੀ। ਭਾਈ ਗੁਰਦਾਸ ਸਾਹਿਬ ਦੇ ਬਚਨ ਨੇ ਕਿ ਮਾਂ ਹੀ ਪੁੱਤ ਨੂੰ ਜ਼ਹਿਰ ਦੇਣ ਤੇ ਤੁੱਲ ਜਾਵੇ ਉਹ ਬੱਚਾ ਕਿਵੇਂ ਬਚ ਸਕਦਾ ਹੈ। ਘਰ ਦਾ ਪਹਿਰੇਦਾਰ ਹੀ ਜਿੰਦਰਾ ਭੰਨ ਲਵੇ ਉਹ ਘਰ ਕਿੰਨਾ ਚਿਰ ਬਚ ਸਕਦਾ। ਭਾਈ ਗੁਰਦਾਸ ਸਾਹਿਬ ਦੇ ਬਚਨ ਨੇ, ਜੇ ਮਾਂ ਪੁੱਤੈ ਵੇਸਵੇ ਤਿਸ ਤੇ ਕੌਣ ਪਿਆਰੈ, ਜੇ ਘਰ ਭੰਨੇ ਪਾਹਰੂ ਕੌਣ ਰੱਖਣ ਹਾਰੈ। ਜਿਸ ਘਰ ਨੂੰ ਪਹਿਰੇਦਾਰ ਹੀ ਭੰਨ ਲਵੇ ਜਿੰਦਰੇ ਉਹ ਘਰ ਬਚ ਨਹੀਂ ਸਕਦਾ। ਮਾਂ ਪੁੱਤ ਨੂੰ ਜ਼ਹਿਰ ਦੇਣ ਤੇ ਤੁੱਲ ਜਾਵੇ ਉਹ ਬੱਚਾ ਬਚ ਨਹੀਂ ਸਕਦਾ ਹੈ।
ਮਾਂ ਪਿਓ ਦਾ ਫਰਜ਼ ਹੁੰਦਾ ਬੱਚੇ ਦੀ ਪਰਵਰਿਸ਼ ਕਰਨੀ, ਸੰਭਾਲ ਦੇਖ ਰੇਖ ਕਰਨੇ। ਪਰ ਬਾਦਸ਼ਾਹ ਮੈਂ ਆਪਣੇ ਮਾਤਾ ਪਿਤਾ ਦੀ ਢੇਰੀ ਬਣਾਈ ਸੀ, ਢਾਹ ਕੇ ਮੈਂ ਰੋਇਆ ਵੀ ਮਾਤਾ ਪਿਤਾ ਨੇ ਤਾਂ ਮੇਰੀ ਕੀਮਤ ਵਸੂਲ ਲਈ ਹੈ, ਮੂੰਹ ਮੰਗੇ ਇਨਾਮ ਲੈ ਲਏ ਨੇ, ਉਹਨਾਂ ਮੇਰੀ ਸਹਾਇਤਾ ਕਦੋਂ ਕੀਤੀ। ਮੈਂ ਉਹਨਾਂ ਦੇ ਨਾਂ ਦੀ ਬਣਾਈ ਹੋਈ ਢੇਰੀ ਢਾਈ ਤਾਂ ਰੋਇਆ ਵੀ ਮੇਰੇ ਮਾਪੇ ਮੇਰੀ ਸਹਾਇਤਾ ਨਹੀਂ ਕਰਨਗੇ। ਬਾਦਸ਼ਾਹ ਨੇ ਕਿਹਾ ਦੂਜੀ ਵਾਰ ਵੀ ਤੂੰ ਢੇਰੀ ਬਣਾਈ ਢਾਈ ਤੇ ਰੋਇਆ। ਹਾਂ ਬਾਦਸ਼ਾਹ ਮੈਂ ਸੁਣਿਆ ਹੈ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਸਹਾਇਤਾ ਨਾ ਕਰ ਸਕਣ ਜਾਂ ਅਨਾਥ ਹੋ ਯਤੀਮ ਹੋ ਜਾਣ ਬੱਚੇ, ਜਿਹੜੀ ਮੌਕੇ ਦੀ ਸਰਕਾਰ ਹੁੰਦੀ ਨਾ ਬਾਦਸ਼ਾਹ ਹੁੰਦਾ ਹੈ, ਉਹ ਬਾਦਸ਼ਾਹ ਜ਼ਰੂਰ ਮਦਦ ਕਰਦਾ ਹੈ। ਉਹਨੇ ਅਨਾਥ ਆਸ਼ਰਮ ਖੋਲ੍ਹੇ ਹੁੰਦੇ ਨੇ, ਯਤੀਮ ਖਾਨੇ ਬਣੇ ਹੁੰਦੇ ਨੇ, ਅਨਾਥਾਂ ਯਤੀਮਾਂ ਦੀ ਪਰਵਰਿਸ਼ ਕੀਤੀ ਜਾਂਦੀ ਹੈ। ਮੈਂ ਬਾਦਸ਼ਾਹ ਤੇਰੇ ਨਾਂ ਦੀ ਢੇਰੀ ਬਣਾਈ ਸੀ ਕਿ ਬਾਦਸ਼ਾਹ ਮੇਰੀ ਮਦਦ ਕਰੇਗਾ। ਮੈਂ ਸੋਚਿਆ ਬਾਦਸ਼ਾਹ ਨੇ ਤਾਂ ਮੈਨੂੰ ਆਪ ਹੱਥੀਂ ਬਲੀ ਦੇਣੀ ਹੈ, ਤੇਰੇ ਨਾਂ ਦੀ ਬਣਾਈ ਹੋਈ ਢੇਰੀ ਮੈਂ ਢਾਹ ਕੇ ਤਾਰ ਹੋਇਆ ਹਾਂ। ਬਾਦਸ਼ਾਹ ਨੇ ਕਿਹਾ ਤੂੰ ਤੀਸਰੀ ਵਾਰ ਵੀ ਢੇਰੀ ਬਣਾਈ ਸੀ, ਉਹ ਵੀ ਢਾਹ ਕੇ ਰੋਇਓ। ਤੇ ਕਾਰਨ ਕਹਿੰਦੇ ਤੀਸਰੀ ਵਾਰ ਢੇਰੀ ਬਣਾਈ ਸੀ, ਜਿਸ ਬੱਚੇ ਦਾ ਮਾਤਾ ਪਿਤਾ ਸਹਾਇਤਾ ਨਾ ਕਰ ਸਕਦਾ ਹੋਵੇ, ਮੌਕੇ ਦਾ ਬਾਦਸ਼ਾਹ ਵੀ ਮਦਦ ਨਾ ਕਰੇ, ਉਹਦੀ ਸਹਾਇਤਾ ਮੈਂ ਸੁਣਿਆ ਕਿ ਦੇਵੀ ਦੇਵਤੇ ਕਰਦੇ ਨੇ, ਦੇਵਤੇ ਉਹਦੀ ਮਦਦ ਕਰਦੇ ਨੇ। ਪਰ ਮੈਂ ਜਦੋਂ ਇਹ ਵਿਚਾਰਿਆ ਕਿ ਦੇਵੀ ਨੇ ਮੇਰੀ ਕੀ ਮਦਦ ਕਰਨੀ ਹੈ, ਦੇਵੀ ਦੇ ਮੰਦਿਰ 'ਚ ਜਾ ਕੇ ਤਾਂ ਮੇਰੀ ਬਲੀ ਦਿੱਤੀ ਜਾਣੀ, ਉਹਨੇ ਤਾਂ ਮੈਨੂੰ ਖਾ ਲੈਣਾ, ਉਹਨੇ ਮੇਰੀ ਸਹਾਇਤਾ ਕਦੋਂ ਕੀਤੀ। ਮੈਂ ਤਾਂ ਢੇਰੀ ਢਾਹ ਕੇ ਤਾਂ ਰੋਇਆ ਹੈ। ਚੌਥੀ ਢੇਰੀ ਬਣਾਈ ਸੀ ਬਾਦਸ਼ਾਹ ਵਾਹਿਗੁਰੂ ਨਿਰੰਕਾਰ ਤੇ, ਜੇ ਉਸ ਪਰਮੇਸ਼ਰ ਦੀ ਮੇਰੇ ਤੇ ਨਜ਼ਰ ਸਵਾਲੀ ਹੋਈ ਨਾ ਤੇ ਮਾਰਨਾ ਤਾਂ ਬੜੀ ਦੂਰ ਦੀ ਗੱਲ ਹੈ, ਮੇਰਾ ਵਾਲ ਵਿੰਗਾ ਨਹੀਂ ਕਰ ਸਕਦਾ ਹੈ। ਜੇ ਵਾਹਿਗੁਰੂ ਮੈਨੂੰ ਰੱਖਿਆ ਰੱਖਣਾ ਚਾਹਵੇ ਤਾਂ ਉਹਦੀ ਨਜ਼ਰ ਬਖਸ਼ਿਸ਼ ਮੇਰੇ ਤੇ ਹੋਵੇ। ਆਪਾਂ ਬਚਨ ਪੜ੍ਹਦੇ ਨੇ ਗੁਰੂ ਕੇ, ਜਿਸ ਕਾ ਸਾਹਿਬ ਡਾਢਾ ਹੋਏ ਤਿਸਨੋ ਮਾਰ ਨਾ ਸਕੈ ਕੋਏ। ਇਹ ਬਚਨ ਪੜ੍ਹਦੇ ਆ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਜਿਹਨੂੰ ਪਰਮੇਸ਼ਰ ਰੱਖਣਾ ਚਾਹਵੇ ਕੋਈ ਦੁਨੀਆ ਦੀ ਸ਼ਕਤੀ ਮਾਰ ਨਹੀਂ ਸਕਦੇ। ਬਾਦਸ਼ਾਹ ਜੇ ਵਾਹਿਗੁਰੂ ਦੀ ਮੇਰੇ ਤੇ ਨਜ਼ਰ ਸਵੱਲੀ ਹੋਈ ਤੇ ਤੂੰ ਮਾਰ ਨਹੀਂ ਸਕੇਗਾ, ਜੇ ਨਹੀਂ, ਜੇ ਵਾਹਿਗੁਰੂ ਦੀ ਨਜ਼ਰ ਸਵੱਲੀ ਨਹੀਂ ਤੇ ਮੈਨੂੰ ਕੋਈ ਬਚਾ ਵੀ ਨਹੀਂ ਸਕੇਗਾ। ਬਾਦਸ਼ਾਹ ਨੇ ਛੋਟੇ ਜਿਹੇ ਬੱਚੇ ਦੀ ਜ਼ੁਬਾਨ ਤੋਂ ਐਸੀਆਂ ਜਦੋਂ ਗੱਲਾਂ ਸੁਣੀਆਂ ਪ੍ਰਭਾਵਿਤ ਹੋ ਗਿਆ। ਵਜ਼ੀਰਾਂ ਨੂੰ ਕਹਿਣ ਲੱਗਾ ਕਿ ਵੇਖੋ ਜੇ ਮੈਨੂੰ ਰੱਬ ਨੇ ਔਲਾਦ ਦੇਣੀ ਹੁੰਦੀ, ਸੰਤਾਨ ਪਹਿਲਾਂ ਹੀ ਦੇ ਦਿੰਦਾ ਹੈ, ਤੇ ਜੇ ਨਹੀਂ ਹੋਈ ਹੁਣ ਤੱਕ ਤੇ ਇਹੋ ਜਿਹੇ ਬੱਚੇ ਦੀ ਮੈਂ ਬਲੀ ਦੇ ਦੇਵਾਂ। ਕਿੰਨਾ ਸਿਆਣੀਆਂ ਗੱਲਾਂ ਕਰਦਾ ਬੱਚਾ ਹੈ। ਇਹਦੀ ਮੈਂ ਬਲੀ ਦੇ ਦੇਵਾਂ ਤੇ ਫੇਰ ਕੀ ਗਰੰਟੀ ਹੈ ਕਿ ਘਰ 'ਚ ਪੁੱਤਰ ਪੈਦਾ ਹੋ ਜਾਵੇਗਾ। ਜੇ ਫਿਰ ਵੀ ਨਾ ਹੋਇਆ ਤੇ ਪਾਪ ਲੱਗੇਗਾ। ਤੇ ਫਰਜ਼ ਕਰੋ ਵੀ ਪੁੱਤਰ ਜੰਮ ਪਵੇ, ਜੇ ਉਹ ਨਲਾਇਕ ਪੈਦਾ ਹੋ ਗਿਆ, ਇਸ ਬੱਚੇ ਵਰਗਾ ਸਿਆਣਾ ਨਾ ਹੋਇਆ ਤਾਂ ਵੀ ਰਾਜ ਪ੍ਰਬੰਧ ਮਲੀਆ ਮੇਟ ਕਰਕੇ ਰੱਖ ਦੇਵੇਗਾ। ਅੱਜ ਤੋਂ ਬਾਅਦ ਮੈਂ ਆਪਣਾ ਇਹਨੂੰ ਪੁੱਤਰ ਬਣਾਉਣਾ ਹੈ, ਇਹ ਮੇਰਾ ਪੁੱਤਰ ਹੋਵੇਗਾ। ਸਭ ਲੋਕਾਂ ਨੂੰ ਆਖਾ ਢੰਡੋਰਾ ਪਿੱਟ ਕੇ ਪਰਜਾ ਇਕੱਠੀ ਕਰੋ। ਪਰਜਾ ਦਾ ਇਕੱਠ ਕੀਤਾ, ਜਿੱਥੇ ਵੀਰਵਾਰ ਨੂੰ ਉਹਦੀ ਬਲੀ ਦੇਣੀ ਸੀ ਨਾ, ਉੱਥੇ ਬਾਦਸ਼ਾਹ ਨੇ ਸਭ ਲੋਕਾਂ ਨੂੰ ਬੁਲਾ ਕੇ ਕਿਹਾ ਸੀ, ਬੱਚੇ ਦੇ ਗਲ 'ਚ ਸੋਹਣੀ ਪੁਸ਼ਾਕ ਪਵਾ ਕੇ ਕਿਹਾ ਅੱਜ ਤੋਂ ਮੇਰਾ ਰਾਜਕੁਮਾਰ, ਇਹ ਮੇਰਾ ਪੁੱਤਰ ਹੈ। ਪੁੱਤ ਮੰਨਾ ਹੁੰਦਾ ਸੀ, ਪੁੱਤ ਮੰਨਾ ਪੁੱਤਰ ਮੰਨ ਲੈਣਾ। ਅੱਜ ਕੱਲ੍ਹ ਉਹ ਸ਼ਬਦ ਵਿਗੜ ਕੇ ਮਤਵੰਨਾ ਬਣ ਗਿਆ। ਸੋ ਰਾਜੇ ਨੇ ਕਿੱਥੇ ਬਲੀ ਦੇਣੀ ਸੀ, ਕਿੱਥੇ ਆਪਣਾ ਪੁੱਤ ਮੰਨ ਕੇ ਉਹਨੂੰ ਰਾਜ ਸਿੰਘਾਸਨ ਤੇ ਬਿਠਾ ਦਿੱਤਾ। ਇਉਂ ਜਿਹੜੇ ਵਾਹਿਗੁਰੂ ਦਾ ਓਟ ਆਸਰਾ ਗ੍ਰਹਿਣ ਕਰਦੇ ਨੇ, ਜੋ ਕੁਝ ਮਾਲਕ ਤੂੰ ਹੀ ਹੈ, ਉਹਨਾਂ ਨੂੰ ਫਿਰ ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਲ, ਦੁੱਖ ਲੱਗੈ ਨਾ ਭਾਗੇ। ਫਿਰ ਖਾਲਸਾ ਜੀ ਕਦੇ ਦੁੱਖ ਨਹੀਂ ਲੱਗਣ ਦਿੰਦਾ। ਜਿਨ੍ਹਾਂ ਨੇ ਮਨ ਚ ਹੈ ਮਾਲਕ ਸਰੀਰਕ ਬਲ ਵੀ ਜੋਰ ਤੇਰਾ ਹੈ, ਓਟ ਵੀ ਸੱਚੇ ਪਾਤਸ਼ਾਹ ਆਪ ਜੀ ਦੀ ਗ੍ਰਹਿਣ ਕੀਤੀ ਹੋਈ ਹੈ।
ਸਦਾ ਸਦਾ ਜਪ ਨਾਨਕ ਏਕ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਹੇ ਮਾਲਕ, ਅਸੀਂ ਤਾਂ ਸਦਾ ਸਦਾ ਵਾਸਤੇ ਜਪਦੇ ਹਾਂ, ਇੱਕ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰਦੇ ਹਾਂ, ਇੱਕੋ ਇੱਕ ਵਾਹਿਗੁਰੂ ਨਿਰੰਕਾਰ ਦੀ ਯਾਦ ਵਿੱਚ ਜੁੜੇ ਹੋਏ ਹੈ। ਹੋਰ ਕਿਸੇ ਦਾ ਕਦੇ ਧਿਆਨ ਹੀ ਨਹੀਂ ਧਰਿਆ, ਕਦੇ ਸੱਜਾ ਖੱਬਾ ਵੇਖਿਆ ਹੀ ਨਹੀਂ, ਕਦੇ ਸਿੱਧਾ ਵਿਸ਼ਵਾਸ ਇੱਕ ਵਾਹਿਗੁਰੂ ਨਾਲ ਹੈ। ਸਤਿਗੁਰੂ ਨੇ ਸਾਨੂੰ ਹਦਾਇਤ ਵੀ ਕੀਤੀ ਸੀ, ਪੂਜਾ ਇੱਕ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ। ਐਵੇਂ ਹੋਰ ਬੰਨੇ ਕਦੇ ਧੱਕੇ ਤੋੜੇ ਖਾਣ ਦੀ ਗੁਰਸਿੱਖਾਂ ਨੂੰ ਜ਼ਰੂਰਤ ਨਹੀਂ ਰਹਿਣ ਦਿੱਤੇ। ਇੱਕੋ ਇੱਕ ਵਾਹਿਗੁਰੂ ਦਾ ਧਿਆਨ, ਵਾਹਿਗੁਰੂ ਦੇ ਸਰੂਪ ਦੀ ਯਾਦ ਹੈ। ਸੋ ਸੱਚੇ ਪਾਤਸ਼ਾਹ ਜੀ ਤਾਂ ਸਦਾ ਸਦਾ ਜਪਦੇ ਹਾਂ, ਇੱਕ ਤੇਰੇ ਨਾਮ ਦੇ ਤਾਏ ਸਭ ਉਪਰ ਪਾਰ ਬ੍ਰਹਮ ਦਤਾਰ। ਸਾਰਿਆਂ ਤੋਂ ਉੱਤੇ, ਸਾਰਿਆਂ ਤੋਂ ਸ਼੍ਰੋਮਣੀ, ਸਾਰਿਆਂ ਦੇ ਸਿਰ ਦਾ ਤਾਜ ਹੈ। ਉਹ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਨਾ ਦਾਤਾਰ, ਦਾਤਾਂ ਦੇ ਦੇਣ ਵਾਲਾ ਹੈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਏ। ਸੋ ਸਾਰਿਆਂ ਦਾ ਸ਼੍ਰੋਮਣੀ ਜਿਹੜਾ ਨਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ, ਉਹ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਜੋ ਹਰੀ ਹੈ, ਉਹ ਸਭ ਦਾਤਾਂ ਦੇਣ ਵਾਲਾ ਦਾਤਾਰ ਪਰਮੇਸ਼ਰ ਹੈ। ਤੇਰੀ ਟੇਕ ਤੇਰਾ ਆਧਾਰ। ਸੱਚੇ ਪਾਤਸ਼ਾਹ ਤੁਹਾਡੀ ਸਾਨੂੰ ਓਟ ਆਸਰਾ ਤੇ ਤੇਰਾ ਹੀ ਆਧਾਰ ਆਸਰਾ ਹੈ। ਸਰੀਰ ਜਿਹੜਾ ਓਟ ਹੈ ਉਹ ਵੀ ਤੁਹਾਡੀ ਹੈ, ਆਧਾਰ ਜਿਹੜਾ ਮਨ ਦਾ ਆਸਰਾ ਉਹ ਵੀ ਤੁਸੀਂ ਸੱਚੇ ਪਾਤਸ਼ਾਹ ਹੋ। ਤੁਹਾਡਾ ਹੀ ਓਟ ਆਸਰਾ ਗ੍ਰਹਿਣ ਕੀਤਾ ਹੋਇਆ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਨਾਭੀ ਟੀਕਾ ਅਸਥਾਈ ਟੀਕਾ ਕਿਹਾ ਜਾਂਦਾ ਹੈ। ਰਹਾਉ ਦੀਆਂ ਜਿਹੜੀਆਂ ਪਹਿਲੀਆਂ ਦੋ ਤੁਕਾਂ ਹੁੰਦੀਆਂ ਉਹ ਮੇਨ ਸਿਧਾਂਤ ਹੁੰਦਾ ਹੈ, ਬਾਕੀ ਤੁਕਾਂ ਵਿੱਚ ਸ਼ਬਦ ਦਾ ਖੁਲਾਸਾ ਹੁੰਦਾ ਹੈ। ਤਾਂ ਰਹਾਉ ਸ਼ਬਦ ਹਜ਼ੂਰ ਨੇ ਵਰਤਿਆ ਕਿ ਰਹਿ ਆਵੇ ਪਰਮੇਸ਼ਰ ਨਾਲ, ਇਹ ਮਰਿਆਦਾ ਕਾਇਮ ਕੀਤੀ ਹੋਈ ਹੈ। ਜਿਵੇਂ ਖਾਲਸਾ ਜੀ ਗੱਡਾ ਹੁੰਦਾ ਨਾ, ਗੱਡਾ, ਉਹਦੇ ਗੱਡੇ ਦਾ ਮੇਨ ਐਕਸਲ ਹੁੰਦਾ ਧੁਰਾ ਜਿਹਾ, ਜਿਹਦੇ ਨਾਲ ਉਹ ਪਹੀਏ ਚੱਲਦੇ ਨੇ, ਘੁੰਮਦੇ ਨੇ ਤੇ ਗੱਡਾ ਭਾਰ ਚੁੱਕ ਕੇ ਤੁਰਿਆ ਜਾਂਦਾ ਹੈ। ਮੇਨ ਉਹ ਐਕਸਲ ਹੁੰਦਾ ਜਿਹਨੂੰ ਧੁਰਾ ਕਹੀਦਾ ਹੈ, ਜਿਹਦੇ ਨਾਲ ਟਾਇਰ ਉਹ ਚੱਲਦੇ ਨੇ, ਚੱਕੇ ਲੱਗੇ ਹੋਏ। ਜੇ ਕਿਤੇ ਹਜ਼ੂਰ ਕਹਿੰਦੇ ਬਦਕਿਸਮਤੀ ਨਾਲ ਉਹ ਧੁਰਾ ਟੁੱਟ ਜਾਵੇ ਨਾ, ਸਾਰਾ ਗੱਡਾ ਸਿਰ ਭਾਰ ਥੱਲੇ ਡਿੱਗ ਪੈਂਦਾ ਹੈ। ਹਜ਼ੂਰ ਨੇ ਗੁਰਬਾਣੀ ਚ ਬਚਨ ਕਿਹਾ, ਧਰ ਟੂਟੀ ਗਾਡੋ ਸਿਰ ਭਾਰ ਹੈ। ਧੁਰਾ ਟੁੱਟ ਗਿਆ, ਗੱਡਾ ਸਿਰ ਭਾਰ ਉੱਥੇ ਡਿੱਗ ਪੈਂਦਾ ਹੈ। ਉਹ ਮੇਨ ਜਿਹੜਾ ਹੁੰਦਾ ਹੈ ਗੱਡੇ ਦਾ, ਉਹ ਧੁਰਾ ਹੀ ਹੁੰਦਾ ਜਿਹਦੇ ਨਾਲ ਸਾਰਾ ਗੱਡਾ ਚੱਲਦਾ ਹੈ। ਰਹਾਉ ਦੀਆਂ ਦੋ ਤੁਕਾਂ ਜਿਹੜੀਆਂ ਪਹਿਲੀਆਂ ਹੁੰਦੀਆਂ ਉਹ ਧੁਰੇ ਦੀ ਨਿਆਈ ਹੈ, ਬਾਕੀ ਸਾਰਾ ਸ਼ਬਦ ਜਿਹੜਾ ਉਹ ਗੱਡੇ ਦੀ ਨਿਆਈ ਹੈ। ਸੋ ਸਾਰਾ ਉੱਤੇ ਪ੍ਰਕਰਨ ਜਿਹੜਾ ਮੇਨ ਹੁੰਦਾ ਹੈ ਸਿਧਾਂਤ, ਉਹ ਰਹਾਉ ਦੀਆਂ ਤੁਕਾਂ ਵਿੱਚ ਰੱਖਿਆ ਹੁੰਦਾ ਹੈ। ਜਿਵੇਂ ਖਾਲਸਾ ਜੀ ਕੁਦਰਤ ਨੇ ਸਾਡੇ ਸਰੀਰ ਦੀ ਬਣਤਰ ਬਣਾਈ ਹੋਈ ਹੈ, ਤੇ ਥਾਂ ਥਾਂ ਤੇ ਸਾਰੇ ਸਰੀਰ 'ਚ ਖੂਨ ਦੇ ਕਤਰੇ ਕਤਰੇ 'ਚ ਬੋਟੀਆਂ ਦੀਆਂ, ਨਾੜੀਆਂ ਦੀਆਂ ਪਰਮੇਸ਼ਰ ਨੇ ਬਣਾਈਆਂ ਹੋਈਆਂ ਨੇ। 72 ਕਰੋੜ 72 ਲੱਖ 20,201 ਨਾੜੀ ਸਰੀਰ ਵਿੱਚ ਪੈਦਾ ਕੀਤੀ ਪਰਮੇਸ਼ਰ ਨੇ। ਕਿਤੇ ਸਬਜ਼ੀ ਭਾਜੀ ਕੱਟਦਿਆਂ ਭੈਣਾਂ ਤੋਂ ਕੱਦ ਵੱਜ ਜਾਵੇ, ਕਿਤੇ ਤੇ ਖੂਨ ਨਿਕਲਾਵੇ ਕਤਰਾ ਕਰ, ਉਹਦੇ ਵਿੱਚ ਵੀ ਸੂਖਮ ਤੋਂ ਸੂਖਮ ਬਰੀਕ ਜਿਹੀਆਂ ਨਾੜੀਆਂ ਖੁਰਦਬੀਨ ਨਾਲ ਵੇਖਣੀਆਂ ਪੈਂਦੀਆਂ, ਨਹੀਂ ਦਿਸਦੀਆਂ। ਪੱਠੇ ਵੱਢਦਿਆਂ ਕਿਤੇ ਦਾਤਰੀ ਲੱਗ ਜਾਵੇ ਤਾਂ ਖੂਨ ਦੇ ਕਤਰੇ ਵਿੱਚੋਂ ਕਈ ਇਸੇ ਤਰ੍ਹਾਂ ਨਿੱਕੇ ਨਿੱਕੇ ਨਾ ਉਹ ਨਾੜੀਆਂ ਦੀਆਂ ਕੁਦਰਤ ਦੀਆਂ ਪੈਦਾ ਕੀਤੀਆਂ ਹੋਈਆਂ। 72 ਨਾੜੀਆਂ ਵਿੱਚੋਂ ਵੱਡੀਆਂ ਨੇ ਕੁਦਰਤ ਨੇ ਪੈਦਾ ਕੀਤੀਆਂ ਹੋਈਆਂ। ਉਸ ਬਾਰੇ ਹਜ਼ੂਰ ਨੇ ਬਾਣੀ ਭਗਤ ਰਸਨਾ ਦੁਆਰਾ ਬਚਨ ਫਰਮਾਏ ਨੇ, 72 ਘਰ ਇੱਕ ਪੁਰਖ ਸਮਾਇਆ ਉਨ ਦੀਆ ਨਾਮ ਲਖਾਏ। ਇੱਕ ਥਾਂ ਤੇ ਬਚਨ ਆਉਂਦਾ ਹੈ, 70 ਦੋਏ ਭਰੇ ਅੰਮ੍ਰਿਤ ਸਾਰ ਭੇਖ ਕਉ ਮਾਰ ਕਢਾਓ। 70 ਤੇ 2 72 ਇਹ 72 ਨਾੜੀਆਂ ਸਾਡੇ ਸਰੀਰ ਦੀਆਂ ਵੱਡੀਆਂ ਬਣੀਆਂ ਹੋਈਆਂ ਨੇ। ਉਹਨਾਂ 72 ਵਿੱਚੋਂ ਵੀ ਇੱਕ ਨਾੜੀ ਵੱਡੀ ਹੈ, ਜਿਹੜੀ ਸਾਡੀ ਧੁਨੀ ਹੈ ਕੁਦਰਤ ਨੇ ਬਣਾਈ ਹੋਈ ਨਾਭੀ, ਇਹਦੇ ਚ ਫੇਰੇ ਕੁੰਡਲ ਮਾਰ ਕੇ ਬੈਠੀ ਹੋਈ ਹੈ। ਜਿਹੜੀ ਕੁੰਡਲ ਮਾਰ ਕੇ ਬਹਿਣ ਵਾਲੀ ਚੀਜ਼ ਅਸੀਂ ਇਹਨੂੰ ਸੱਪ ਕਹਿੰਦੇ ਹਾਂ। ਸੱਪ ਭਗਤਾਂ ਨੇ ਭੱਟਾਂ ਨੇ ਸਵਾਈਆਂ ਵਿੱਚ ਉਹਨੂੰ ਕੁੰਡਲ ਦੀ ਨਾੜੀ ਕਿਹਾ, ਕੁੰਡਲ ਨੇ।
ਜਿਵੇਂ ਕੁੰਡਲ ਸੱਪ ਕੁੰਡਲ ਮਾਰ ਕੇ ਬੈਠਦਾ ਹੈ ਕਿ ਉਹ ਸੱਪ ਵਾਂਗ ਹੈ। ਬਚਨ ਆਉਂਦੇ ਨੇ ਭੱਟਾਂ ਦੇ ਸਵਾਈਆਂ ਵਿੱਚ, ਕੁੰਡਲ ਵੀ ਸੁਰਜੀ ਸਤ ਸੰਗਤ, ਪਰਮਾਨੰਦ ਗੁਰੂ ਮੁਖ ਮੱਚਾ ਹੈ। ਫੇਰ ਖਾਲਸਾ ਜੀ ਪੰਜਵੀਂ ਪਾਤਸ਼ਾਹ ਨੂੰ ਭੁਜੰਗਵਾਂ ਨਾਲ ਹੀ ਕਿਹਾ, ਭੁਜੰਗਵਾਂ ਨਾਲ ਹੀ, ਭੁਜੰਗਾ ਨਾਮ ਸੱਪ ਦਾ। ਤੇ ਉਹ ਹਜੂਰ ਨੇ ਸ਼ਬਦ ਵਰਤਿਆ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੈ। ਉਹ ਜਿਵੇਂ ਸਾਈਕਲ ਦੀ ਟਿਊਬ ਪਈ ਹੋਈ ਨਾ ਇਕੱਠੀ ਜੀ, ਦੋ ਪੰਪ ਮਾਰ ਕੇ ਹਵਾ ਦੇ ਤੇ ਉਹ ਝਾਕੀ ਵੱਟ ਜੇ ਨਿਕਲ ਜਾਂਦੇ ਨੇ। ਪ੍ਰਾਣਾਯਾਮ ਕਰਨ ਵਾਲੇ ਜੋਗੀ ਲੋਕ ਉਹਨੂੰ ਸਿੱਧਦੇ ਨੇ, ਸਾਧ ਲੈਂਦੇ ਨੇ, ਸਿੱਧੀ ਕਰ ਲੈਂਦੇ ਨੇ। ਸੋ ਇਉਂ ਕਰਕੇ ਉਹ ਪ੍ਰਾਣਾਯਾਮ ਕਰਦੇ ਨੇ। ਜਿਵੇਂ ਮੇਨ ਜਿਹੜੀ ਧੁਨੀ ਦੇ ਚੁਫੇਰੇ ਨਾੜੀ ਹੈ ਨਾ, ਉਹ ਵੱਡੀ ਨਾੜੀ ਮੰਨੀ ਹੋਈ ਕੁੰਡਲ ਨੇ ਜਾਂ ਭੁਜੰਗਵਾਂ ਨਾੜੇ। 72 ਨਾੜੀਆਂ ਵੱਡੀਆਂ ਨੇ, 72 ਕਰੋੜ 72 ਲੱਖ 20,201 ਨਾੜੀ ਸਰੀਰ ਦੀ ਮੰਨੀ ਹੋਈ ਹੈ। ਭਾਵੇਂ ਭਗਤ ਰਵਿਦਾਸ ਜੀ ਦੇ ਬਚਨ ਨੇ ਕਿ ਪਰਮੇਸ਼ਰ ਦੀ ਲੀਲਾ ਹੈ ਨਾ, ਜਲ ਕੀ ਭੀਤ ਪਵਨ ਕਾ ਥੰਬਾ, ਰਖਤ ਬੁੰਦ ਕਾ ਗਾਰਾ ਹੈ। ਹਾਡ ਮਾਸ ਨਾੜੀ ਤੋਂ ਪਿੰਜਰ, पंखी बसै विचारै। प्राणी क्या मेरा क्या तेरा, जैसे तरवर पंख बसेरा। राखहु कंध उसारहु नीवा, 3.5 हाथ तेरी सीमा। कहते की मान के चुकी फिरता है, तो हड्ड मार का पिंजरा जिहा ही। जदों हवा जी निकल गई तो झट ही डिग पवेगा। तो फिर तेरे जिहड़े नेड़े दे साथी है वो काना रख रख के मिलणगे कि किन्ना इहदा शरीर लंबाई किन्नी है। कबर पुट्टनी है, मुसलमान दफनाउंदे ने। कबर पुट्टणगे कि वध घट ना होवे, जिन्ना क शरीर लंबाई है उन्नी कबर पुट्टनी है। कहंदे भगत जी कहंदे काहदा मान करदा है, 3.5 हाथ तेरी सीमा। सीमा मैंने हद, 3.5 हाथ तेरी हद है, इदों वध के नहीं। बंदा भावें 4 फुट का होवे तो भावें 6 का होवे, 7 का होवे, 3.5 हाथ उसदी शरीर की लंबाई होंदी है। कूहनी तो लैके उंगल तक, वड्डी उंगल तक हाथ दे लोग मिणती करते थे। पुराने बजुर्ग वो इउं गिणती करते, इन्ने हाथ फलानी चीज लम्मी है, इन्ने हाथ फलानी चीज लम्मी है, इस तरह के अंदाजे होंदे से। सो इस तरीके नाल हजूर कहते 3.5 हाथ तेरी सीमा है। 3.5 हाथ शरीर की लंबाई होगी, इदों वध के नहीं हो सकते। भगत कबीर साहब जी ने भी बचन फरमाए ने सलत बाणी अंदर, कहीं तो पावे 4, इदों वध के शरीर नहीं हो सकता। सो भगत जी कहते ने 3.5 हाथ तेरी सीमा, बाके बाल पाग सिर डेरी, इहो तन होए गो भस्म की घेरी। सुंदर मंदर सो इस तरह सुंदर नारी, ऊंचे मंदर सुंदर नारी, राम नाम बिन बाजी हारे। मेरी जात कमीनी पांत कमीनी, ओछा जन्म हमारा, तुम शरणागत राजा रामचंद्र कह रविदास कुमारा। सो इउं करके सिक्ख्या दी। ये रहाओ शब्द तां वरतिया रह आवे परमेश्वर दे नाल। ये मेन शब्द जिवें नाड़ी है धुनी दे चुफेरे मेन, बाकी सारा शरीर दे अंदर नाड़ियां ने। इउं शब्द की मेन तुक जिहड़ी है वो रहाओ वाली है। ਤਾਂ ਸਤਿਗੁਰੂ ਨੇ ਰਹਾਓ ਸ਼ਬਦ ਵਰਤਿਆ ਗੁਰਬਾਣੀ ਵਿੱਚ, ਰਹਿ ਆਵੇ ਪਰਮੇਸ਼ਰ ਦੇ ਨਾਲ। ਹੈ ਤੂੰ ਹੋਵਨਹਾਰ। हे मेरे मालिक, पिछले समय ਚ ਵੀ ਤੂੰ ਸੀ ਹੈ ਸੇ। ਸਤਿਯੁਗ ਤ੍ਰੇਤਾ ਦੁਆਪਰ ਬੀਤ ਗਿਆ, ਉਦੋਂ ਵੀ ਤਾਂ ਤੂੰ ਹੀ ਸੈਂ। ਹੁਣ ਜਿਹੜਾ ਸਮਾਂ ਚੱਲ ਰਿਹਾ ਵਰਤਮਾਨ, ਇਸ ਸਮੇਂ ਵਿੱਚ ਵੀ ਤੂੰ ਹੈ। ਆਉਣ ਵਾਲੇ ਭਵਿੱਖ ਸਮੇਂ ਵਿੱਚ ਵੀ ਤੂੰ ਹੀ ਹੋਵੇਗਾ। ਭਵਿੱਖ ਸਮੇਂ ਦੇ ਅੰਦਰ ਹੈ। ਆਦ ਸੱਚ ਜੁਗਾਦ ਸੱਚ है, भी सच नानक होसी भी सच। सदा वास्ते तो है, पिछले समय च भी। सो सच्चे पातशाह तू हुण भी है, होवनहार, आने वाले समय च भी होनहारा है। आगम अगाध ऊंच अपार, मन की अगम गमता तो परे है, ते अगाध डूंगा निरहल है। प्रकृति उरे रह जाती है, ते प्रकृति के पारावार तो परे है। कोई अंत न पावत देव सबै मन, इंद्र महाशिव जोग करे। कौन तेरा अंत पा सके,
ਅੰਤ ਪਾਉਣ ਤੋਂ ਪਰੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੋ ਜੀ। ਜੋ ਤਦ ਸੇਵੈ ਤਿਨ ਭਉ ਦੁਖ ਨਾਹੇ। ਜਿਹੜੇ ਸੱਚੇ ਪਾਤਸ਼ਾਹ ਤੇਰਾ ਸਿਮਰਨ ਕਰਦੇ ਨੇ, ਤੇਰੀ ਸੇਵਾ ਕਰਦੇ ਐ, ਨਾ ਸੱਤ ਪ੍ਰਕਾਰ ਦਾ ਭੈ ਤੇ ਨਾ ਜੰਮਣ ਮਰਨ ਦਾ ਉਹਨਾਂ ਨੂੰ ਦੁੱਖ ਹੈ। ਜੰਮਣ ਮਰਨ ਨਾ ਤੇਰੇ ਕੋ ਜੋ ਹੱਥ ਲੜਨ ਲਾਗੇ, ਜਨਮ ਮਰਨੋਂ ਬਾਹਰੇ ਪਰਿ ਉਪਕਾਰੀ ਜਗ ਵਿੱਚ ਆਏ। ਸੋ ਉਹ ਮੌਤ ਦੇ ਭੈ ਤੋਂ ਬੇਖੌਫ ਹੋ ਜਾਂਦੇ ਨੇ, ਕਿਸੇ ਪ੍ਰਕਾਰ ਦਾ ਭੈ ਨਹੀਂ ਉਹਨਾਂ ਨੂੰ ਰਹਿ ਜਾਂਦਾ। ਗੁਰ ਪ੍ਰਸਾਦ ਨਾਨਕ ਗੁਣ ਗਾਏ। ਸੱਚੇ ਪਾਤਸ਼ਾਹ ਜਿਨ੍ਹਾਂ ਦੇ ਉੱਪਰ ਤੁਹਾਡੀ ਪ੍ਰਸਾਦ ਕਿਰਪਾ ਹੈ, ਗੁਰੂ ਕੀ ਰਹਿਮਤ ਹੋਈ ਹੈ, ਉਹ ਮਹਾਰਾਜ ਤੁਹਾਡੇ ਗੁਣਾਂ ਨੂੰ ਗਾਉਂਦੇ ਹਨ। ਉਹ ਹੀ ਗੁਣਾਂ ਨੂੰ ਗਾਉਂਦੇ ਨੇ, ਭਾਗਾਂ ਵਾਲੇ ਜਿਨ੍ਹਾਂ ਤੇ ਗੁਰੂ ਦੀ ਪ੍ਰਸਾਦ ਰਹਿਮਤ ਬਖਸ਼ਿਸ਼ ਹੈ। ਜੋ ਦੀਸੈ ਸੋ ਤੇਰਾ ਰੂਪ। ਸੱਚੇ ਪਾਤਸ਼ਾਹ ਭਾਗਾਂ ਵਾਲੇ ਗੁਰੂ ਕੇ ਪਿਆਰੇ ਨੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਜੋ ਦਿਸ ਰਿਹਾ ਨਾ ਸਾਨੂੰ, ਉਹ ਤੇਰਾ ਹੀ ਸਰੂਪ ਹੈ। ਸਾਰਿਆਂ ਵਿੱਚ ਤੇਰਾ ਹੀ ਬਣਾਇਆ ਹੋਇਆ, ਜਗਤ ਦੀ ਰਚਨਾ ਰਚੀ ਹੋਈ ਹੈ। ਜਿੰਨਾ ਕੁਝ ਬਣਾਇਆ ਹੋਇਆ ਇਹ ਤੇਰਾ ਹੀ ਬਣਾਇਆ ਹੋਇਆ ਹੈ, ਤੇ ਸਾਰਿਆਂ ਵਿੱਚ ਹੀ ਮਾਲਕ ਤੂੰ ਬੈਠਾ ਹੋਇਆ, ਸਾਰਿਆਂ ਵਿੱਚ ਹੀ ਤੂੰ। ਇਸ ਕਰਕੇ ਜੋ ਦਿਸ ਰਿਹਾ ਉਹ ਤੇਰਾ ਹੀ ਸਰੂਪ ਹੈ। ਗੁਣ ਨਿਧਾਨ ਗੋਵਿੰਦ ਅਨੂਪ। ਗੁਣਾਂ ਦੇ ਨਿਧਾਨ ਖਜ਼ਾਨੇ ਹੋ, ਸਭ ਗੁਣਾਂ ਦੇ ਭੰਡਾਰੇ ਹੋ। ਤੇ ਗੋਵਿੰਦ ਅਨੂਪ, ਗੋ ਪ੍ਰਿਥਵੀ ਦੇ ਵਿੰਦ ਪ੍ਰਕਾਸ਼ ਸਰੂਪ ਹੋ। ਗੋ ਇੰਦਰੀਆਂ ਦੇ ਵਿੰਦ ਸੱਤਾ ਸਫੁਰਤੀ ਦੇਣ ਵਾਲੇ, ਪ੍ਰਕਾਸ਼ਣ ਵਾਲੇ। ਹੇ ਵਾਹਿਗੁਰੂ ਤੁਸੀਂ ਹੋ। ਗੁਣ ਨਿਧਾਨ ਗੋਵਿੰਦ ਅਨੂਪ। ਅਨੂਪ ਉਪਮਾ ਤੋਂ ਰਹਿਤ ਹੋ। ਤੁਹਾਡੀ ਕੋਈ ਵਡਿਆਈ, ਕੋਈ ਤੁਹਾਡਾ ਜਸ ਸਮਗਰ ਰੂਪ ਵਿੱਚ ਕਰੇ ਕੀਤਾ ਨਹੀਂ ਜਾ ਸਕਦਾ। ਸਿਮਰ 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 ਜਨ ਸੋਏ। ਜਿਹੜੇ ਮਹਾਰਾਜ ਸਿਮਰਦੇ ਆ, ਮਨ ਬਾਣੀ ਸਰੀਰ ਕਰਕੇ ਸਿਮਰਿਆ, ਮਨ ਕਰਕੇ ਸਿਮਰਦੇ ਨੇ, ਬਾਣੀ ਕਰਕੇ ਸਿਮਰਦੇ ਨੇ, ਸਰੀਰ ਕਰਕੇ ਮਨ ਬਾਣੀ ਸਰੀਰ ਕਰਕੇ ਜਿਹੜੇ ਸਿਮਰਦੇ ਨੇ ਰੱਬ ਦੇ ਪਿਆਰੇ। ਨਾਨਕ ਕਰਮ ਪ੍ਰਾਪਤ ਹੋਏ। ਉਹਨਾਂ ਨੂੰ ਤੁਹਾਡੀ ਕਰਮ ਬਖਸ਼ਿਸ਼ ਜਿਹੜੀ ਹੈ ਨਾ, ਉਹ ਪ੍ਰਾਪਤ ਹੁੰਦੀ ਹੈ। ਉਹ ਤੇਰੀ ਬਖਸ਼ਿਸ਼ ਦੇ ਪਾਤਰ ਬਣੇ ਨੇ, ਜਿਹੜੇ ਰਾਤ ਦਿਨ ਮਨ ਬਾਣੀ ਸਰੀਰ ਕਰਕੇ ਤੇਰੇ ਸਿਮਰਨ ਵਿੱਚ ਭਗਤੀ ਸ਼ਕਤੀ ਵਿੱਚ ਲੱਗੇ ਹਨ। ਜਿਨ ਜਪਿਆ ਤਿਸ ਕੋ ਬਲਹਾਰ। ਜਿਨ੍ਹਾਂ ਨੇ ਮਾਲਕ ਵਾਹਿਗੁਰੂ ਦਾ ਚਿੰਤਨ ਕੀਤਾ ਨਾ, ਸਿਮਰਨ ਕੀਤਾ, ਉਹਨਾਂ ਤੋਂ ਅਸੀਂ ਬਲਿਹਾਰ ਜਾਈਏ, ਕੁਰਬਾਨ ਜਾਈਏ ਉਹਨਾਂ ਗੁਰਸਿੱਖਾਂ ਤੋਂ। ਤਿਸ ਕੈ ਸੰਗ ਤਰੈ ਸੰਸਾਰ। ਉਹਨਾਂ ਗੁਰੂ ਕੇ ਪਿਆਰਿਆਂ ਦੀ ਸੰਗਤ ਕਰਕੇ ਸੰਸਾਰ ਤਰ ਜਾਂਦਾ, ਮੁਕਤ ਹੋ ਜਾਂਦਾ ਹੈ। ਸਭ ਜੀਵਾਂ ਦਾ ਤਰਨਾ ਹੋ ਜਾਂਦਾ, ਜਿਹੜੇ ਵਾਹਿਗੁਰੂ ਦੀ ਬੰਦਗੀ ਕਰਦੇ ਨੇ। ਉਹਨਾਂ ਬੰਦਗੀ ਕਰਨ ਵਾਲਿਆਂ ਦੀ ਵੀ ਜਿਹੜਾ ਸੰਗਤ ਕਰ ਲੈਂਦਾ, ਉਹ ਵੀ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਕਹੁ ਨਾਨਕ ਪ੍ਰਭ ਲੋਚਾ ਪੂਰ। ਇਹ ਸੱਚੇ ਪਾਤਸ਼ਾਹ ਸਾਡੀ ਲੋਚ ਇੱਛਾ ਹੈ, ਇਹ ਕਿਰਪਾ ਕਰਕੇ ਸਾਡੇ ਮਨ ਦੀ ਇੱਛਾ ਦੀ ਪੂਰਤੀ ਕਰੋ ਜੀ। ਕਿਹੜੀ ਇੱਛਾ? ਗੁਰੂ ਕੇ ਪਿਆਰਿਆਂ ਦੀ। ਸੰਤ ਜਨਾ ਕੀ ਵਾਛੋ ਤੂਰ। ਸੱਚੇ ਪਾਤਸ਼ਾਹ ਜਿਹੜੇ ਤੇਰੇ ਦਰ ਦੇ ਸੰਤ ਭਗਤ ਨੇ, ਗੁਰਸਿੱਖ, ਉਹਨਾਂ ਦੀ ਬਾਦਸ਼ਾਹ ਧੂੜ ਹੈ। ਅਸੀਂ ਚਰਨ ਧੂੜ ਬਾਦਸ਼ਾਹ ਚਾਹੁੰਦੇ ਹਾਂ। ਗੁਰਸਿੱਖਾਂ ਕੀ ਹਾਲਤ ਧੂੜਦੇ ਹਾਂ, ਪਾਪੀ ਭੀਗਤ ਪਾਏ। ਉਹਨਾਂ ਗੁਰਸਿੱਖਾਂ ਦੀ ਚਰਨ ਧੂੜ ਸਾਨੂੰ ਕਿਰਪਾ ਕਰਕੇ ਬਖਸ਼ੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਸਿੱਖਾਂ ਦੇ ਚਰਨਾਂ ਦੀ ਜਿਹੜੀ ਜੁੱਤੀ ਹੈ ਨਾ, ਉਹ ਕਿਤੇ ਚੌੜੇ ਦੀ ਬਣ ਜਾਵੇ ਤਾਂ ਸਮਝਾਗਾ ਤਾਂ ਦੇ ਕੇ ਲੱਗ ਗਿਆ ਹੈ। ਵੈਸੇ ਬੰਦੇ ਦਾ ਚੰਮ ਕਿਸੇ ਕੰਮ ਨਹੀਂ ਆਉਂਦਾ ਹੈ। ਸੋ ਇੱਕ ਵਿਦਵਾਨ ਦਇਆ ਰਾਮ ਜੀ ਹੋਏ ਨੇ, ਉਹਨਾਂ ਨੇ ਬਚਨ ਲਿਖਿਆ, ਕਹਿੰਦੇ ਹਾਥੀਆਂ ਕੇ ਦਾੰਤ ਕੇ ਖਿਲੌਣੇ ਬਣੇ ਭਾਂਤ ਭਾਂਤ। बागन की खाल सो तो शिव मन भाई है। मिर्गन की खालन को ओढ़त है जोगी, जैसी बकरे की खाल साथ पानी पर लाई है। पशुओं की खाल का अद्भुत सुंदर जोड़ा, माने कैंडन की खाल राजा रानी को सुहाई है। कहे कब दया राम राम के भजन बिन, मनुख की खाल किसे काम नहीं आई है। मनुख का चमड़ा किसे काम नहीं आता। ਭਾਈ ਸਾਹਿਬ ਜੀ ਕਹਿੰਦੇ ਗੁਰਸਿੱਖਾਂ ਦੇ ਚਰਨਾਂ ਦੀ ਜੁੱਤੀ ਬਣ ਜਾਵੇ, ਕਿਤੇ ਸਮਝਾਂਗੇ ਚਮੜਾ ਲੇਖੇ ਲੱਗ ਗਿਆ ਹੈ। ਕਈ ਵਾਰ ਬਚਨ ਸੁਣੇ ਹੋਣਗੇ ਪੌੜੀ ਦੇ ਅੰਦਰ, ਸਿਰ ਉੱਚਾ ਨੀਵੇਂ ਚਰਣਾ, ਸਿਰ ਪੈਰੀ ਪਾਂਦੇ
ਮੋਹ ਅੱਖੀ ਨਕ ਕੰਨ ਹੱਥ ਦੇ ਭਾਰ ਉਚਾਂਦੇ ਸਭ ਚੇਹਨ ਛੱਡ ਪੂਜਣ ਕੌਣ ਕਰਮ ਕਮਾਉਂਦੇ ਗੁਰ ਸਰਣੀ ਸਾਧ ਸੰਗਤੀ ਨਿਤ ਚਲ ਚਲ ਜਾਂਦੇ ਵਤਨ ਪਰੇ ਉਪਕਾਰ ਨੂੰ ਕਰ ਪਾਰ ਵਸਾਂਦੇ ਮੇਰੀ ਖੱਲੋਂ ਮੌਜੜੇ ਗੁਰ ਸੇਖਾਂ ਢਾਂਦੇ ਮਸਤਕ ਲੱਗੈ ਸਾਧਰੇ ਵਡ ਭਾਗ ਜਿਨ੍ਹਾਂ ਦੇ। ਸੋ ਭਾਗਾਂ ਵਾਲੇ ਗੁਰੂ ਕੇ ਪਿਆਰੇ ਐਸੇ ਹਨ। ਗੁਰੂ ਰਹਿਮ ਬਖਸ਼ਿਸ਼ ਕਰੇ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ। ਗੁਰਸਿੱਖ ਸੰਗਤਾਂ ਦਾ ਸਾਰੇ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਭੁੱਲ ਚੁੱਕ ਦੀ ਖਿਮਾ ਬਖਸ਼ਦੇ ਹੋਏ ਗੁਰੂ ਕੀ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪ੍ਰੀਆਂ ਸ਼ਬਦ ਗਾਵਨ ਆਈਆਂ। ਸਭ ਦੂਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਾਵੇ ਸਾਰਣਾ। ਅੰਗੀਕਾਰੂ ਕਰੇ ਤੇਰਾ ਕਾਰਜ ਸਦ ਸਵਾਰਣਾ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਿਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ ਕਰ ਸਾਤ ਸੁਖ ਮਨ ਆਈ ਵਸਿਆ। ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਮਿਟਹੁ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੂ। ਬਾਜੇ ਪੰਜ ਸ਼ਬਦ ਜਿਤ ਕਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਵਾਸ ਕੀਤੇ ਕਾਲ ਕੰਡ ਕੁਮਾਰਿਆ। ਤੁਰ ਕਰਮ ਪਾਇਆ ਤੁਜਨ ਕਉ ਸੇ ਨਾਮ ਹਰਿ ਕੇ ਲਾਗੇ। ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ